डॉक्टर साहब गल्लां बातां काफ़ी निकलदियां अज ते पहली गल तां जो स्ट्राइक हो रही है जी डंप ट्रकों की जो ऑपरेटर्स की स्ट्राइक हो रही है हाले तक जारी है जी। मार्च 18 ਨੂੰ शुरू होया सी ते ओंटारियो खालसा दरबार टैक्सी रोड कोल हाले भी स्ट्राइक चल रही थी। ये अपडेट इस बारे में ਅਪਡੇਟ ਇਹ ਅੱਜ ਵੀ ਥੋੜੀ ਐਸਕੇਲੇਟ ਹੋਣ ਦੀ ਲੱਗ ਰਹੀ ਆ ਹਾਲ ਦੀ ਘੜੀ ਤਾਂ ਇਹ ਸਟ੍ਰਾਈਕ, ਕਿਉਂਕਿ ਵੀ ਕੁਝ ਪਤਾ ਲੱਗ ਰਿਹਾ ਵੀ ਆਪਰੇਟਰਸ ਆ ਜਿਹੜੇ ਉਹਨਾਂ ਨੇ ਡਿਸਾਈਡ ਕੀਤਾ ਵੀ ਆਪਣੇ ਟਰੱਕਸ ਆ ਜਿਹੜੇ ਉਹ ਬੈਕ ਟੂ ਵਰਕ ਭੇਜ ਦਿੱਤੇ ਆ, ਤੇ ਜਿਹਦੇ ਕਰਕੇ ਵੀ ਇਹ ਸਟ੍ਰਾਈਕ ਕਰ ਰਹੇ ਜਿਹੜੇ ਆਪਰੇਟਰਸ ਜਾਂ ਡਰਾਈਵਰਸ ਆ ਵੀ ਡੰਪ ਟਰੱਕ ਐਸੋਸੀਏਸ਼ਨ ਦੇ ਵੀ ਉਹ ਅੱਜ ਘਰੋਂ ਘਰੀ ਪਹੁੰਚੇ ਹੋਏ ਆ। ਘਰਾਂ ਦੇ ਬਾਹਰ ਡੈਮੋਨਸਟ੍ਰੇਸ਼ਨ ਇਸ ਵੇਲੇ ਵੀ ਬਰੈਂਪਟਨ ਦੇ ਵਿੱਚ ਚੱਲ ਰਿਹਾ। ਤੇ ਉਸ ਤਰੀਕੇ ਦੇ ਨਾਲ ਇਹ ਅੱਜ ਵੀ ਆਪਾਂ ਦੇਖ ਰਹੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 18 ਮਾਰਚ ਤੋਂ ਇਹ ਜਿਹੜੀ ਸਟ੍ਰਾਈਕ ਆ ਇਹ ਚੱਲ ਰਹੀ ਆ, ਤੇ ਟਰੱਕ ਆ ਜਿਹੜੇ ਵੀ ਉਹ ਪਾਰਕ ਕੀਤੇ ਹੋਏ ਆ ਓਂਟਾਰੀਓ ਖਾਲਸਾ ਦਰਬਾਰ ਦੀ ਪਾਰਕਿੰਗ ਲੋਟ ਦੇ ਵਿੱਚ। ਤੇ ਇਹ ਅੱਜ ਵੀ ਇਹ ਇੱਕ ਤਰਕ ਇਹ ਆ ਵੀ ਜਦੋਂ ਹਿਸਾਬ ਕਿਤਾਬ ਲਾਉਣ ਆਪਰੇਟਰਸ ਜਿਹੜੇ ਟਰੱਕ ਡਰਾਈਵਰਸ ਆ ਇਹ ਡੰਪ ਟਰੱਕ ਦਾ ਬਿਜ਼ਨਸ ਕਰਦੇ ਆ ਵੀ ਜੇ ਤਾਂ ਅਰਸ਼ ਉਹ ਕੰਮ 'ਤੇ ਚੱਲ ਜਾਣ ਤਾਂ ਉਹਨਾਂ ਨੂੰ $100 ਘਾਟਾ ਪੈਂਦਾ, ਅਤੇ ਜੇ ਉਹ ਜਾਣੀ ਟਰੱਕ ਕੰਮ 'ਤੇ ਨਾ ਲੈ ਕੇ ਜਾਣ ਵੀ ਸਟ੍ਰਾਈਕ ਕੀਤੀ ਹੋਈ ਆ ਖੜ੍ਹੇ ਆ, ਅਤੇ ਫਿਰ ਉਹਨਾਂ ਨੂੰ $200 ਘਾਟਾ ਪੈਂਦਾ। ਇਹਦੇ ਨਾਲ ਜਿਹੜੀ ਜਾਣੀ ਕਿ ਟਰੱਕਾਂ ਦੀ ਟੁੱਟ ਭੱਜ ਹੁੰਦੀ ਆ ਉਹ ਵੀ ਬਚਦੀ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਕੰਮ ਕਰਕੇ ਵੀ ਘਾਟਾ ਆ ਅਤੇ ਸਟ੍ਰਾਈਕ ਕਰਦਿਆਂ 'ਤੇ ਘਾਟਾ ਹੈ ਹੀ ਆ। ਉਹਦੇ ਵਿੱਚ ਦੱਸਿਆ ਇਹ ਜਾ ਰਿਹਾ ਜੀ ਵੀ ਪਿਛਲੇ ਸਮੇਂ ਦੇ ਦੌਰਾਨ ਹਰ ਤਰ੍ਹਾਂ ਦੀ ਜਿਹੜਾ ਜੀ ਵੀ ਇਹ ਡੰਪ ਟਰੱਕ ਦਾ ਬਿਜ਼ਨਸ ਇਹ ਓਪਰੇਟ ਕਰਨ ਦੇ ਲਈ ਕੋਸਟ ਆ ਜਿਹੜੀ ਉਹ ਅੱਪ ਗਈ ਆ, ਅਤੇ ਪਰ ਜਿਹੜੀ ਉਹਨਾਂ ਦੀ ਪ੍ਰਾਈਸ ਆ ਲੋਡ ਦੀ ਉਹ ਓਡੋ ਗੇਟ ਹੀ ਖੜੀ ਆ, ਜਾਂ ਪਿੱਛੇ ਕਿਤੇ ਘਟਣ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਸੀਗੀਆਂ। ਸੋ ਉਸ ਲਿਹਾਜ਼ ਨਾਲ ਵੀ ਉਹਨਾਂ ਦੇ ਹੁਣ ਦੇਖੋ ਵੀ ਖਰਚੇ ਤਾਂ ਹਰ ਭੈਣ ਭਰਾ ਦੇ ਹੈਗੇ ਹੀ ਨੇ। ਤੁਹਾਨੂੰ ਪਤਾ ਵੀ ਟਰੱਕ ਵੀ ਬਹੁਤ ਸਾਰੇ ਜਿਹੜੇ ਉਹਨਾਂ ਦੀ ਮੌਡਗੇਜ ਕਿਸ਼ਤ ਆ ਜਿਹੜੀ ਐਵਰੀ ਮੰਥ ਦੇਣੀ ਹੈ। ਸੋ ਤਰ੍ਹਾਂ ਤਰ੍ਹਾਂ ਦੇ ਖਰਚੇ ਉਹਦੇ ਨਾਲ ਹੋਰ ਜੁੜੇ ਹੋਏ ਆ, ਬਾਕੀ ਘਰਾਂ ਦੇ ਖਰਚੇ ਵੀ ਹਨ। ਸੋ ਉਹ ਸਭ ਕੁਝ ਦੇ ਨਾਲ ਹੀ ਵੀ ਜਦੋਂ ਬਿਜ਼ਨਸ 'ਤੇ ਉਹ ਇੱਕ ਤਰੀਕੇ ਨਾਲ ਸਟ੍ਰਾਈਕ ਹੋਵੇ, ਇਨਕਮ ਆ ਨਾ ਰਹੀ ਹੋਵੇ ਪਰ ਖਰਚੇ ਪੈ ਰਹੇ ਹੋਣ, ਸੋ ਉਸ ਲਿਹਾਜ਼ ਨਾਲ ਜਾਣੀ ਕਿ ਵੀ ਉਹਨਾਂ ਦੀ ਜਗ੍ਹਾ ਦੀ 'ਤੇ ਖੜ੍ਹ ਕੇ ਜੇ ਸੋਚਿਆ ਜਾਵੇ ਡਰਾਈਵਰਸ ਦੇ ਜਿਹੜੇ ਕਿ ਵੀ ਇਸ ਮੁਸ਼ਕਿਲ ਦੇ ਵਿੱਚੋਂ ਗੁਜ਼ਰ ਰਹੇ ਨੇ, ਅਤੇ ਫਿਰ ਉਹਨਾਂ ਦੀ ਸਮੱਸਿਆ ਸਮਝ ਆਉਂਦੀ ਆ ਜੀ। ਸੋ ਇਸੇ ਤਰ੍ਹਾਂ ਹੀ ਇਹ ਆ ਜੀ ਵੀ ਹੁਣ ਇਹ ਜਿਹੜਾ ਪਿੱਛੇ ਕਲਚਰ ਨਵਾਂ ਬਣਿਆ ਸੀਗਾ ਵੀ ਆਪਾਂ ਘਰਾਂ ਦੇ ਸਾਹਮਣੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਇੱਥੇ ਨਵਾਂ ਕਲਚਰ ਪੈਦਾ ਕੀਤਾ ਕੈਨੇਡਾ ਦੇ ਵਿੱਚ, ਉਹਦਾ ਅਸਰ ਵੀ ਚਲੋ ਪਿੱਛੇ ਦੇਖਣ ਨੂੰ ਮਿਲਿਆ ਵੀ ਹੁਣ ਵੇਜਸ ਜਿਹੜੀਆਂ ਉਹ ਮਾਰਨ ਦਾ ਕਲਚਰ ਬਣਿਆ ਸੀਗਾ ਵੀ ਜਾਣੀ ਇਹ ਤਨਖਾਹਾਂ ਪੈਸੇ ਮਾਰਨ ਵਾਲੇ ਵੀ ਪੰਜਾਬੀ ਅਤੇ ਜਿਨ੍ਹਾਂ ਦੇ ਮਾਰੇ ਜਾਂਦੇ ਸੀ ਉਹ ਵੀ ਪੰਜਾਬੀ, ਅਤੇ ਦੇਸ਼ ਹੈਗਾ ਜੀ ਕੈਨੇਡਾ ਆਪਣੇ 'ਚ ਤੋਂ ਦੋਨਾਂ ਨੇ ਅਪਣਾਇਆ। ਸੋ ਕੁੱਲ ਮਿਲਾ ਕੇ ਲੇਕਿਨ ਕਿ ਵੀ ਹੁਣ ਇਹੀ ਹੱਲ ਦੇਖਿਆ ਗਿਆ ਵੀ ਜਿਹੜਾ ਇਸ ਵੇਲੇ ਡੈਮੋਨਸਟ੍ਰੇਸ਼ਨ ਮਤਲਬ ਇਹ ਸੋਢੀ ਖਹਿਰਾ ਸਾਹਿਬ ਦੇ ਘਰ ਦੇ ਬਾਹਰ ਕਹਿੰਦੇ ਜੀ ਵੀ ਕੀਤਾ ਜਾ ਰਿਹਾ ਸੀਗਾ, ਅਤੇ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਉਹ ਕੰਨੋ ਕੰਨੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗੇ ਨੇ ਜਿਹੜੇ ਇਹ ਦੁਖੀ ਡੰਪ ਟਰੱਕ ਓਪਰੇਟਰਸ ਹੈਗੇ ਆ ਅਰਸ਼। ਇਹਨਾਂ ਦੀ ਕੋਸ਼ਿਸ਼ ਆ ਵੀ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਪਤਾ ਲੱਗੇ ਵੀ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਉਹ ਗੁਜ਼ਰ ਰਹੇ ਨੇ, ਅਤੇ ਬਿਨਾਂ ਗੱਲ ਤੋਂ ਕੋਈ ਆਪਣਾ ਕਾਰੋਬਾਰ ਜਿਹੜਾ ਜੀ ਵੀ ਇਸ ਤਰ੍ਹਾਂ ਠੱਪ ਕਰਕੇ ਨਹੀਂ ਬਹਿ ਜਾਂਦਾ। ਅਕਸਰ ਉਹ ਕਹਿ ਰਹੇ ਵੀ ਜੇ ਅਸੀਂ ਟਰੱਕ ਚਲਾਉਂਦੇ ਹਾਂ ਅਤੇ ਸਾਨੂੰ ਤਦ ਵੀ ਘਾਟਾ ਹੈ, ਅਤੇ ਥੋੜ੍ਹਾ ਜਿਹਾ ਵੱਧ ਘਾਟਾ ਪੈ ਜਾਂਦਾ ਅਸੀਂ ਜੇ ਟਰੱਕ ਖੜ੍ਹਾ ਰੱਖਦੇ ਹਾਂ। ਪਰ ਦੂਸਰੇ ਪਾਸੇ ਜੇ ਕੈਲਕੂਲੇਟ ਕੀਤਾ ਜਾਵੇ ਵੀ ਗੱਡੀ ਦੀ ਟੁੱਟ ਭੱਜ ਨਹੀਂ ਹੋ ਰਹੀ, ਅਤੇ ਹੋ ਸਕਦਾ ਵੀ ਕੰਮ ਕਰਨ ਦੇ ਮੁਕਾਬਲੇ ਉਹਨਾਂ ਨੂੰ ਘੱਟ ਘਾਟਾ ਜਿਹੜਾ ਜੀ ਵੀ ਪੈ ਰਿਹਾ ਹੋਵੇ। ਸੋ ਉਸ ਲਿਹਾਜ਼ ਨਾਲ ਜਿਹੜੀ ਸਟ੍ਰਾਈਕ ਆ ਜੀ ਹਾਲ ਦੀ ਘੜੀ ਇਹ ਔਨ ਗੋਇੰਗ ਆ ਜੀ। ਡਾਕਟਰ ਸਾਹਿਬ ਓਵਰ ਕਹਿ ਲਓ ਕਿ 875 ਵਹੀਕਲਸ ਗਾਇਬ ਹੋ ਚੁੱਕੇ ਨੇ, ਭਾਵ ਚੋਰੀਆਂ ਹੋਈਆਂ ਨੇ ਬਰੈਂਪਟਨ ਦੇ ਵਿੱਚ ਵੀ ਹੈ, ਮਿਸੀਸਾਗਾ ਦੇ ਵਿੱਚ। ਇਹਨਾਂ ਚੰਦ ਦਿਨਾਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਚੋਰੀਆਂ ਹੋ ਰਹੀਆਂ ਜੀ ਗੱਡੀਆਂ ਤੋਂ। ਦੇਖੋ ਅਰਸ਼ ਵੀ ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਇੱਕ ਨਵਾਂ ਹੀ ਰੈਕਡ ਜਿਹੜਾ ਇਹ ਬਣ ਰਿਹਾ ਵੀ ਗੱਡੀਆਂ ਵਹੀਕਲਸ ਆ ਜਿਹੜੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਚੋਰੀ ਹੋ ਰਹੀਆਂ, ਥੈਫਟ ਹੋ ਰਹੀ ਆ। ਅਤੇ ਦੇਖਿਆ ਜਾਵੇ ਤਾਂ ਜਾਣੀ ਪਿਛਲਾ ਜਿਹੜਾ ਸਾਰਾ ਸਾਲ ਸੀਗਾ ਪੀਲ ਪੁਲਿਸ ਦੇ ਆਪਣੇ ਹੀ ਨੰਬਰਸ ਆ ਵੀ ਜਿਹੜੀਆਂ ਉਹ ਰਿਪੋਰਟਾਂ ਲਿਖੀ ਤੁਰੀ ਜਾ ਰਹੇ ਨੇ ਡੇਲੀ ਬੇਸਿਸ 'ਤੇ ਵੀ ਉਹ 4000 ਤੋਂ ਵੱਧ ਵਹੀਕਲਸ ਜਿਹੜੀਆਂ ਜਾਣੀ ਮਿਸੀਸਾਗਾ ਅਤੇ ਬਰੈਂਪਟਨ ਦੇ ਵਿੱਚ ਹੀ ਪਿਛਲੇ 365 ਦਿਨਾਂ ਦੇ ਵਿੱਚ ਚੋਰੀ ਜਿਹੜੀਆਂ ਵੀ ਹੋਈਆਂ ਸੀਗੀਆਂ। ਇਹ ਜਾਣੀ 10 ਤੋਂ ਜ਼ਿਆਦਾ ਬਣਦੀਆਂ ਰੋਜ਼ ਗੱਡੀਆਂ, 10 ਤੋਂ ਜ਼ਿਆਦਾ ਚੋਰੀ ਹੋਣੀਆਂ। ਵੀ ਆਪਾਂ ਦੁਪਹਿਰ ਤੱਕ ਹੀ ਕਈ ਵਾਰੀ ਦੇਖ ਲੈਂਦੇ ਹੁੰਦੇ ਵੀ ਬਰੈਂਪਟਨ ਦੇ ਵਿੱਚ ਹੀ ਜੇ ਕੋਈ ਰਿਪੋਰਟ ਲਿਖਾਉਣ ਜਾਵੇ ਤਾਂ ਉਹ ਦੱਸ ਦਿੰਦੇ ਹੁੰਦੇ ਜੀ ਆ 12 ਵਜੇ ਆ, ਅੱਛਾ 8-9 ਰਿਪੋਰਟਾਂ ਆਲਰੇਡੀ ਲਿਖ ਚੁੱਕੇ ਆ ਜੀ ਹਾਂਜੀ ਵਹੀਕਲ ਥੈਫਟ ਦੀਆਂ। ਸੋ ਇਹ ਹੈ ਜੀ ਵੀ ਇਹ ਹੁਣ ਜੇ ਦੇਖਿਆ ਜਾਵੇ ਵੀ ਇਹ
ਪਿਛਲੇ ਸਾਲ ਦੇ ਵਿੱਚ ਜਾਣੀ ਕਿ 2020 ਦੇ ਮੁਕਾਬਲੇ ਕੋਈ 20-22% ਵੱਧ ਗੱਡੀਆਂ ਚੋਰੀ ਹੋਈਆਂ ਸੀਗੀਆਂ, ਜੋ ਕਿ ਹੁਣ ਇਹ ਪਿਛਲੇ ਸਾਲ ਨਾਲੋਂ 2021 ਨਾਲੋਂ ਵੀ 63% ਇਸ ਵੇਲੇ ਗੱਡੀਆਂ ਜਿਹੜੀਆਂ ਜ਼ਿਆਦਾ ਚੋਰੀਆਂ ਹੋ ਰਹੀਆਂ। ਸੋ ਕਹਿਣ ਦਾ ਮਤਲਬ ਇਹ ਆ ਵੀ 2020 ਦੇ ਮੁਕਾਬਲੇ 80-85% ਜਾਂ ਆਲਮੋਸਟ ਦੁੱਗਣੇ ਕੇਸ ਜਾਣੀ ਇਹ ਹੋਣੇ ਸ਼ੁਰੂ ਹੋ ਗਏ ਵੀ ਗੱਡੀਆਂ ਚੋਰੀ ਹੋਣ ਦੇ ਬਰੈਂਪਟਨ ਤੇ ਮਿਸਿਸਾਗਾ ਦੇ ਵਿੱਚ। ਪਿਛਲੇ ਜਿਹੜੇ ਕਹ ਲਓ ਵੀ ਅੱਜ ਤੇ ਚਲੋ ਸਾਲ 2022 ਚੱਲ ਰਿਹਾ ਤੇ 88ਵੇਂ ਦਿਨ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ। ਹੁਣ 88ਵੇਂ ਦਿਨ ਦੇ ਵਿੱਚੋਂ ਜਾਂਦਿਆਂ ਕਿ ਇਹਨੂੰ ਯਾਦ ਹੋਣਾ ਵੀ ਨਵਾਂ ਸਾਲ ਗਏ, ਇਹਨੂੰ ਹਜੇ 87 ਦਿਨ ਹੀ ਲੰਘੇ ਆ ਵੀ ਹੈਪੀ ਨਿਊ ਈਅਰ ਜੀ, ਵੀ ਹੈਪੀ ਨਿਊ ਈਅਰ। ਨਵੇਂ ਸਾਲ 'ਚ ਜੇ ਕੁਛ ਨਵਾਂ ਹੋ ਹੀ ਨਹੀਂ ਰਿਹਾ, ਸਭ ਕੁਝ ਪੁਰਾਣਾ ਹੀ ਉੱਦਾਂ ਹੀ ਜਦੋਂ ਜਹਿਦ ਹਰ ਤਰ੍ਹਾਂ ਦੀ ਜਿਹੜੀ ਉਹ ਕਰਨੀ ਪੈ ਰਹੀ ਆ, ਤੇ ਨਵੇਂ ਸਾਲ 'ਚ ਕੁਝ ਨਵਾਂ ਹੁੰਦਾ ਨਜ਼ਰ ਵੀ ਆ ਰਿਹਾ, ਤਦੇ ਹੀ ਤੇ ਨਵਾਂ ਸਾਲ ਹੈ, ਤੇ ਨਹੀਂ ਤੇ ਫਿਰ ਕਾਹਦਾ ਆ ਨਵਾਂ ਸਾਲ। ਕੁੱਲ ਮਿਲਾ ਕੇ ਵੀ ਹੋਰ ਸਾਰੇ ਵਰਤਾਰਿਆਂ ਦੇ ਵਿੱਚੋਂ ਜੇ ਇਹ ਗੱਡੀਆਂ ਚੋਰੀ ਹੋਣਾ ਵੀ ਲਗਾਤਾਰ ਜਾਰੀ ਆ, ਵੀ ਪਿਛਲੇ ਜਿਹੜੇ 85 ਦਿਨ ਜਾਣੀ ਲੰਘੇ ਸੀਗੇ ਅੱਜ ਤੋਂ 2-3 ਦਿਨ ਪਹਿਲਾਂ ਤੱਕ 874 ਜਾਣੀ ਕਿ ਆਲਰੇਡੀ ਪੀਲ ਪੁਲਿਸ ਨੇ ਰਿਪੋਰਟਸ ਲਿਖ ਲਈਆਂ ਸੀਗੀਆਂ ਗੱਡੀ ਚੋਰੀ ਇਹ ਹੋਣ ਦਾ, ਹਨਾ। ਇਹ ਜਾਣੀ ਐਵਰੇਜ 10 ਤੋਂ ਵੀ ਜ਼ਿਆਦਾ ਬਣਦੀਆਂ, 11 ਤੱਕ ਬਣਦੀਆਂ ਜਾਣੀ ਡੇਲੀ ਬੇਸਿਸ ਤੇ ਜਿਹੜੀਆਂ ਗੱਡੀਆਂ ਦੋਨੇ ਸ਼ਹਿਰਾਂ ਦੇ ਵਿੱਚੋਂ ਇਹ ਚੋਰੀ ਹੋ ਰਹੀਆਂ ਜੀ। ਸੋ ਉਸ ਲਿਹਾਜ਼ ਨਾਲ ਆਪਾਂ ਪਹਿਲਾਂ ਵੀ ਜਿਸ ਤਰ੍ਹਾਂ ਜ਼ਿਕਰ ਕਰਦੇ ਹੁੰਦੇ ਆ ਵੀ ਮਹਿੰਗੀਆਂ ਗੱਡੀਆਂ ਖਰੀਦ ਕੇ ਕਈ ਵਾਰੀ ਆਪਾਂ ਹੁਣ ਆਫਤ ਜਿਹੜੀ ਆ ਆਪ ਹੀ ਲੋਕ ਸ਼ਾਇਦ ਸਹੇੜਦੇ ਹੋਣਗੇ, ਕਿਉਂਕਿ ਜਿਹੜੀਆਂ ਜਿੰਨੀ ਮਹਿੰਗੀ ਗੱਡੀ ਆ ਉਨੀ ਵੱਧ ਜਿਹੜੀ ਆ ਵੀ ਚੋਰਾਂ ਦੀ ਉਹਦੇ ਤੇ ਅੱਖ ਹੋ ਸਕਦੀ ਆ। ਸੋ ਇਹ ਜਿਹੜੀਆਂ ਟੋਇਟਾ ਦੀਆਂ ਵੱਡੀਆਂ ਜਾਂ ਲੈਕਸਸ ਵਗੈਰਾ ਗੱਡੀਆਂ, ਇਹ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਚੋਰੀ ਹੋਣ ਦੀਆਂ ਰਿਪੋਰਟਸ ਪੁਲਿਸ ਦੇ ਕੋਲ ਹੈਗੀਆਂ। ਸੋ ਹੁਣ ਇਹ ਅੱਜ ਵੀ ਕੁਝ ਸਿਟੀ ਕੌਂਸਲਰ ਜਿਹੜੇ ਹੁਣ ਦੁਖੀ ਲੋਕਾਂ ਨੇ ਤਾਂ ਸਿਟੀ ਕੌਂਸਲਰ ਕੋਲ ਹੀ ਜਾਣਾ ਹੁੰਦਾ ਨਾ, ਵੱਧ ਤੋਂ ਵੱਧ ਜਾਂ ਐਮਪੀਪੀ ਕੋ ਚਲ ਗਏ, ਐਮਪੀ ਕੋ ਚਲ ਗਏ, ਤੇ ਉਹ ਜਦੋਂ ਫਿਰ ਕਈ ਵਾਰੀ ਲਾਚਾਰ ਹੁੰਦੇ ਆ ਤੇ ਫਿਰ ਇਦਾਂ ਦੀ ਕੋਈ ਨਾ ਕੋਈ ਉਹ ਸੁਰਖੀ ਮੀਡੀਆ ਦੇ ਵਿੱਚ ਬਣਾ ਛੱਡਦੇ ਆ। ਤੇ ਉਹਨਾਂ ਨੇ ਵੀ ਜਾਣੀ ਇਹ ਹੁਣ ਜਿਹੜੀਆਂ ਗੱਡੀਆਂ ਬਣਾਉਣ ਵਾਲੇ ਡੀਲਰਸ ਆ ਜਾਂ ਕੰਪਨੀਆਂ ਆ, ਸੋਚਿਆ ਵੀ ਉਹਨਾਂ ਤੱਕ ਅਪਰੋਚ ਕਰਦੇ ਆ ਤੇ ਵੀ ਤੁਸੀਂ ਜਿਹੜੀ ਗੱਡੀ ਆ ਉਹ ਥੈਫਟ ਪ੍ਰੂਫ ਬਣਾਓ, ਵੀ ਗੱਡੀ ਜਿਹੜੀ ਉਹ ਚੋਰੀ ਨਾ ਹੋ ਸਕੇ, ਇਦਾਂ ਦੀ ਟੈਕਨੋਲੋਜੀ ਆਓ ਜਿਹੜੀ ਲੈ ਕੇ ਆਓ। ਸੋ ਵੈਸੇ ਜਿਹੜੀਆਂ ਨਵੀਆਂ ਗੱਡੀਆਂ ਇਹ ਆਈਆਂ ਹੋਈਆਂ ਬਹੁਤ ਮਹਿੰਗੀਆਂ ਹੋਈਆਂ ਇਲੈਕਟ੍ਰਿਕ ਵਹੀਕਲਸ ਆ, ਉਹ ਕਹਿੰਦੇ ਆ ਵੀ ਚੋਰੀ ਨਹੀਂ ਹੁੰਦੀਆਂ। ਸੋ ਲੇਕਿਨ ਕਿ ਪਰ ਇਹ ਜਿਹੜੀਆਂ ਗੱਡੀਆਂ ਹਾਲ ਦੀ ਘੜੀ ਚੋਰੀ ਹੋ ਰਹੀਆਂ ਬਹੁਤ ਮਹਿੰਗੀਆਂ ਗੱਡੀਆਂ, ਇਹ ਖਾਸ ਤੌਰ ਤੇ ਜਿਹੜੀ ਰੋਵੀਨਾ ਸੈਂਟੋਸ ਆ ਸਿਟੀ ਕੌਂਸਲਰ ਤੇ ਪੌਲ ਵਿਸੈਂਟ ਹੈ, ਇਹ ਕਹਿ ਰਹੇ ਆ ਵੀ ਅਸੀਂ ਜਾਣਾ ਹੁਣ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਕੋਲ ਕੁਛ ਅਪਰੋਚ ਕਰਨੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗੱਡੀਆਂ ਮੈਨੂਫੈਕਚਰ ਕਰਨੀਆਂ ਨਵੀਆਂ ਬਣਾਉਣੀਆਂ ਵੀ ਉਹ ਥੈਫਟ ਪ੍ਰੂਫ ਹੋਣੀਆਂ ਚਾਹੀਦੀਆਂ। ਦੇਖਦੇ ਹਾਂ ਇਸ ਗੱਲ ਦਾ ਕਿੰਨਾ ਕਸਰ ਹੁੰਦਾ, ਪਰ ਹਾਲ ਦੀ ਘੜੀ ਆਪਣੀ ਗੱਡੀ ਜਿਹੜੀ ਜੀ ਵੀ ਜਿੱਦਾਂ ਆਪਣੀ ਸਵਾਰੀ ਦੇ ਆਪ ਹੀ ਜ਼ਿੰਮੇਵਾਰ ਆ, ਚਾਬੀ ਬਹੁਤ ਸੰਭਾਲ ਕੇ ਰੱਖਣ ਦੀ ਲੋੜ ਹੈ। ਗੱਡੀ ਹੋ ਸਕੇ ਤੇ ਅੰਦਰ ਪਾਰਕ ਕਰਨੀ ਹੈ, ਸੜਕ ਤੇ ਪਾਰਕ ਨਹੀਂ ਕਰਨੀ। ਤੇ ਦੂਸਰੇ ਪਾਸੇ ਗੱਡੀ ਦੇ ਵਿੱਚ ਕਿਤੇ ਵੀ ਜਾਓ ਤੇ ਕੋਈ ਮਹਿੰਗੀ ਚੀਜ਼ ਨਹੀਂ ਛੱਡ ਕੇ ਜਾਣੀ, ਆਈਡੀ ਵਗੈਰਾ ਨਹੀਂ ਛੱਡ ਕੇ ਜਾਣੀ। ਵੈਸੇ ਗੱਡੀਆਂ ਦੇ ਨਾਲ ਜਿਹੜਾ ਇਹ ਸੀਗਾ ਨਾ ਵੀ ਆ ਕਦੀ ਪਰਸ ਖੋਹ ਲਿਆ ਜੀ, ਜਾਂ ਉੱਦਾਂ ਚੋਰੀਆਂ ਬਹੁਤ ਹੁੰਦੀਆਂ। ਤੇ ਜਿਹੜਾ ਪੀਲ ਪੁਲਿਸ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਨੂੰ ਕਿਹਾ ਸੀਗਾ ਨਾ, ਉਹਦੇ ਵਿੱਚ ਇੱਕ ਸਾਵਧਾਨੀ ਇਹ ਵੀ ਕਹੀ ਸੀ ਵੀ ਪਤਾ ਬਣ ਠਣ ਕੇ ਨਾ ਨਿਕਲਿਆ ਕਰੋ, ਹੈ ਵੀ ਜੇ ਮਹਿੰਗੀ ਦੇਖ ਕੇ ਗੱਡੀ ਚੋਰਾਂ ਦੀ ਅੱਖ ਉਸ ਗੱਡੀ ਤੇ ਆਉਂਦੀ ਹੈ ਤੇ ਜਿਹੜਾ ਕੋਈ ਬਣ ਠਣ ਕੇ ਭੈਣ ਭਰਾ ਨਿਕਲੇ ਨੇ ਬਹੁਤ ਮਹਿੰਗੇ ਕੱਪੜੇ ਗਹਿਣੇ ਹਾਰੇ ਸ਼ਿੰਗਾਰੇ, ਮਤਲਬ ਉਹ ਵੀ ਚੋਰ ਤੇ ਚੋਰਨੀਆਂ ਦੀ ਅੱਖ ਉਹਨਾਂ ਤੇ ਬੜੀ ਛੇਤੀ ਟਿਕਦੀ ਆ। ਸੋ ਇਸ ਕਰਕੇ ਬਣ ਠਣ ਕੇ ਦੇਖੋ, ਜ਼ਿੰਦਗੀ ਦਾ ਇੱਕ ਇਹ ਚਾਹ ਹੁੰਦਾ ਕਹਿ ਲਓ। ਪਰ ਇਹ ਪੀਲ ਪੁਲਿਸ ਦੀ ਹੁਣ ਐਡਵਾਈਸ ਆ ਵੀ ਜੇ ਚੋਰ ਤੇ ਚੋਰਨੀਆਂ ਤੋਂ ਬਚਣਾ ਤੇ ਫਿਰ ਬਹੁਤਾ ਬਣ ਠਣ ਕੇ ਨਾ ਨਿਕਲੋ ਜੀ। ਜੋਲ ਸਾਹਿਬ ਅਸੀਂ ਖਬਰ ਅਨਾਉਂਸ ਕੀਤੀ ਸਵੇਰੇ ਇਸ ਵਕਤ ਕਿ 5 ਵਿਅਕਤੀਆਂ ਦੀ 5 ਜੀਆਂ ਦੀ ਮੌਤ ਹੋ ਚੁੱਕੀ ਹੈ ਡਿਊ ਟੂ ਫਾਇਰ ਇਨ ਬਰੈਂਪਟਨ। ਐਂਡ ਅਸੀਂ ਇਹ ਕਹਿ ਲਈ ਕਿ ਜਦੋਂ ਹੁਣ ਪਤਾ ਲੱਗਾ ਡੂੰਘਾਈ ਦੇ ਵਿੱਚ ਜਾ ਕੇ ਕਿ ਅੱਗ ਕਿੱਦਾਂ ਲੱਗੀ, ਬਚ ਸਕਦੇ ਸੀ। ਫਾਇਰ ਅਲਾਰਮ ਨਹੀਂ ਸੀ, ਕਾਰਬਨ ਮੋਨੋਆਕਸਾਈਡ ਡਾਈਆਕਸਾਈਡ ਜਿਹੜੇ ਜੰਤਰ ਮੰਤਰ 'ਚ ਰੱਖੇ ਹੁੰਦੇ ਘਰਾਂ ਦੇ ਵਿੱਚ ਆਪਾਂ ਫਾਇਰ ਸੇਫਟੀ, ਉਹਨਾਂ ਨੇ ਨਹੀਂ ਲਾਇਆ ਸੀ। ਅਰਸ਼ ਇਸ ਤਰ੍ਹਾਂ ਵੀ ਆਪਣੀ ਕਹਿੰਦੇ ਨੇ ਵੀ ਮਰਨਾ ਕੋਈ ਨਹੀਂ ਚਾਹੁੰਦਾ, ਕੋਈ ਵਿਅਕਤੀ ਨੁਕਸਾਨ ਨਹੀਂ ਕਰਨਾ ਚਾਹੁੰਦਾ, ਕੋਈ ਵਿਅਕਤੀ ਉੱਜੜਨਾ ਨਹੀਂ ਚਾਹੁੰਦਾ, ਪਰ ਚਾਹੁੰਦਾ ਤੇ ਚਾਹੁੰਦੀ ਤੇ ਨਹੀਂ, ਪਰ ਉਹਦੇ ਲਈ ਜਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈਗੀ ਆ। ਜੇ ਅਸੀਂ ਨਹੀਂ ਵਰਤ ਰਹੇ ਤੇ ਕਹਿ ਲਓ ਫਿਰ ਜਾਣੀ ਸੱਦਾ ਦੇ ਰਹੇ ਆ, ਅਸੀਂ ਚਾਹੁੰਦੇ ਨਹੀਂ ਨੁਕਸਾਨ ਪਰ ਸੱਦਾ ਇਨਡਾਇਰੈਕਟਲੀ ਦੇ ਰਹੇ ਆਪਣੀ ਅਣਗਹਿਲੀ ਵਰਤ ਕੇ, ਹੈ ਨਾ ਜੀ। ਜਿੱਦਾਂ ਹੁਣ ਕਹਿੰਦੇ ਵੀ ਜੇ ਸੁੱਖ ਹੋਇਆ ਤੇ ਮੈਂ ਕੀਤਾ, ਜੇ ਦੁੱਖ ਮਿਲਿਆ ਤੇ ਉਹ ਮੈਨੂੰ ਕਿਸੇ ਨੇ ਦਿੱਤਾ, ਹਨਾ। ਏਦਾਂ ਨਹੀਂ ਹੁੰਦਾ। ਬਾਣੀ ਤਾਂ ਇਹੀ ਕਹਿੰਦੀ ਆ ਵੀ ਜੇ ਸੁੱਖ ਭਾਈ ਤੇਰੇ ਆਪਣੇ ਕਰਕੇ ਆ ਤੇ ਦੁੱਖ ਵੀ ਕਿਤੇ ਨਾ ਕਿਤੇ ਬੀਜ ਤਾਂ ਤੂੰ ਆਪੇ ਹੀ ਬੋਇਆ ਸੀਗਾ, ਪਰ ਉਹਨੂੰ ਉਗਦੇ ਨੂੰ ਵੱਧ ਘੱਟ ਸਮਾਂ ਲੱਗ ਗਿਆ ਹੋਊ। ਇਸ ਦਰਮਿਆਨ ਸ਼ਾਇਦ ਤੂੰ ਭੁੱਲ ਗਿਆ ਤੇ ਭੁੱਲ ਗਈ, ਪਰ ਬੀਜਿਆ ਦੁੱਖ ਦਾ ਬੀਜ ਵੀ ਕਿਤੇ ਨਾ ਕਿਤੇ ਤੂੰ ਆਪੇ ਹੀ ਸੀ।
ਸੋ ਇਸ ਕਰਕੇ ਇਹ ਆ ਜੀ ਵੀ ਇਹ ਜਿਹੜਾ ਫਾਇਰ ਅਲਾਰਮ ਆ, ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਪੈਸ਼ਲੀ ਕੈਨੇਡਾ US ਦੇ ਵਿੱਚ ਵੀ ਇਹ ਤੁਹਾਡਾ ਦੋਸਤ ਹੈ, ਇਹ ਤੁਹਾਡਾ ਮਿੱਤਰ ਹੈ, ਇਹਦੇ ਨਾਲ ਦੁਸ਼ਮਣ ਵਾਂਗੂ ਵਿਵਹਾਰ ਕਰਨ ਦੀ ਲੋੜ ਕੋਈ ਨਹੀਂ। ਇਹਨੂੰ ਫਾਇਰ ਅਲਾਰਮ ਨੂੰ ਜਿਹੜੇ ਲੋਕ ਆਪਣਾ ਦੁਸ਼ਮਣ ਸਮਝਦੇ ਆ, ਬੇਲੋੜੀ ਇਹ ਪਰੌਂਠੇ ਤੇ ਤੁੜਕੇ ਪਕਾਉਣ ਦੇ ਵਿੱਚ ਰੁਕਾਵਟ ਸਮਝਦੇ ਆ ਜਾਂ ਸਮਝਦੀਆਂ ਆ, ਵੀ ਉਹ ਕਹਿ ਲਓ ਵੀ ਇੱਕ ਤਰੀਕੇ ਨਾਲ ਇਸ ਫਾਇਰ ਅਲਾਰਮ ਨੂੰ ਆਪਣਾ ਦੁਸ਼ਮਣ ਸਮਝਦੇ ਤੇ ਸਮਝਦੀਆਂ ਆ ਜੀ। ਸੋ ਜਦ ਕਿ ਵੀ ਫਾਇਰ ਅਲਾਰਮ ਤੁਹਾਡਾ ਲਾਈਫ ਸੇਵਰ ਆ, ਜ਼ਿੰਦਗੀ ਬਚਾਉਣ ਲਈ ਇਹਦੀ ਕਾਢ ਕਿਸੇ ਕੰਮ ਲਈ ਕੱਢੀ ਗਈ ਆ। ਉਹ ਕਾਢ ਆ ਜਿਹੜੀ, ਉਹਦਾ ਅਪਮਾਨ ਕਰਨ ਦੀ ਲੋੜ ਨਹੀਂ ਹੈ, ਉਹਦਾ ਸਤਿਕਾਰ ਕਰਨ ਦੀ ਲੋੜ ਹੈ, ਤਾਂ ਕਿ ਇਹੋ ਜਿਹੀ ਘੜੀ ਤੇ ਆਪਣੀ ਉਹ ਜਾਨ ਬਚਾਉਣ ਦੇ ਵਿੱਚ ਸਹਾਈ ਹੋ ਸਕੇ। ਸੋ ਤਦ ਕਰਕੇ ਆ ਜੀ ਵੀ ਇਹ ਹੁਣ ਜਿਹੜਾ ਇਹ ਘਟਨਾ ਵਾਪਰੀ ਆ, ਉਹਨਾਂ ਦੇ ਆਪਣੇ ਪਿਤਾ ਜੀ ਜਿਨ੍ਹਾਂ ਦੀ ਜਾਨ ਬਚੀ ਆ, ਫੈਮਿਲੀ ਦੇ ਕਹਿ ਲਓ ਵੀ ਗ੍ਰੈਂਡਫਾਦਰ ਨਾਨਾ, ਕਿਉਂਕਿ ਜਿਹੜੀ ਮਾਂ ਆ ਮਦਰ ਸੀ, ਉਹਦੇ ਮਾਤਾ ਪਿਤਾ, ਮਾਤਾ ਜ਼ਖਮੀ ਹੋਈ ਹੈ, ਫਾਦਰ ਦੀ ਜਾਨ ਬਚ ਗਈ ਹੈ, ਉਹਦੇ ਹਸਬੈਂਡ ਦੀ ਜਾਨ ਚਲ ਗਈ ਆ, 3 ਬੱਚਿਆਂ ਦੀ ਜਾਨ ਚਲ ਗਈ ਆ, ਬੱਚੇ ਮਹਿਜ਼ 11, 8, 6 ਸਾਲ ਦੇ। ਸੋ ਕਹਿ ਲਓ ਵੀ ਇਹ ਹੁਣ ਜੇ ਉਹਨਾਂ ਦੀ ਪਿਕਚਰ ਫੈਮਿਲੀ ਦੀ ਦੇਖੀ ਜਾਵੇ ਤੇ ਬੜੀ ਹੈਰਾਨੀ ਹੁੰਦੀ ਆ ਵੀ ਇਹ ਉਮਰਾਂ ਕੋਈ ਜਾਣਦੀਆਂ ਸੀਗੀਆਂ ਜੀ। ਪਰ ਦੂਜੇ ਪਾਸੇ ਉਹ ਫਾਦਰ ਸਾਹਿਬ ਆਪ ਕਹਿੰਦੇ ਆ ਵੀ ਅਜੇ ਰੈਨੋਵੇਸ਼ਨ ਜਿਹੜੀ ਉਹ ਘਰ ਦੀ ਹੋਈ ਸੀ, ਤੇ ਮੈਨੂੰ ਪਿਛਲੇ ਸਾਲ ਮੇਰੀ ਬੇਟੀ ਨੇ ਕਿਹਾ ਸੀ ਵੀ ਹੁਣ ਜਿਹੜਾ ਅਲਾਰਮ ਆ ਉਹ ਲਾਉਣਾ ਆ। ਉਹ ਕਿੱਥੇ ਪਿਛਲਾ ਸਾਲ ਦੀ, ਕਿੱਥੇ ਆਹ ਸਾਲ ਚੱਲ ਰਿਹਾ ਹੈ ਨਾ ਜੀ। ਕਹਿਣ ਦਾ ਮਤਲਬ ਵੀ ਹੁਣ ਕਿਤੇ ਨਾ ਕਿਤੇ ਫਿਰ ਨੈਗਲੀਜੈਂਸੀ ਤਾਂ ਹੈ ਹੀ ਆ ਨਾ ਜੀ, ਵੀ ਆਪਾਂ ਬੇਧਿਆਨੇ ਹੋ ਗਏ ਵੀ ਚਲੋ ਲਵਾ ਹੀ ਲੈਣਾ ਹੈ ਨਾ, ਲੱਗ ਹੀ ਜਾਣਾ ਨਾ, ਲੱਗਾ ਨਾ ਲੱਗਾ ਕੋਈ ਫਰਕ ਨਹੀਂ ਪੈਂਦਾ। ਲੱਗਾ ਵੀ ਤੇ ਜੇ ਉੱਤੇ ਅਖਬਾਰ ਪਾਤੀ ਕੋਈ ਗੱਲ ਨਹੀਂ ਆ, ਉਹਦੀ ਬੈਟਰੀ ਕੱਢ ਲਈ, ਆਪਾਂ ਪਰੌਂਠੇ ਪਕਾਈਏ ਖਾਈਏ, ਕੋਈ ਐਸੀ ਗੱਲ ਹੀ ਨਹੀਂ ਆ ਜੀ, ਹੈ ਨਾ। ਸੋ ਤਦ ਕਰਕੇ ਆ ਵੀ ਇਹ ਫਾਇਰ ਅਲਾਰਮ ਇਗਨੋਰ ਕਰਨ ਵਾਸਤੇ ਨਹੀਂ ਆ, ਇਹਨੂੰ ਆਪਣਾ ਦੁਸ਼ਮਣ ਸਮਝਣ ਦੀ ਲੋੜ ਨਹੀਂ, ਇਹ ਤੁਹਾਡਾ ਸਾਥੀ ਆ। ਕਹਿਣ ਦਾ ਮਤਲਬ ਕੀ ਆ, ਰੋਲ ਕੀ ਪਲੇ ਕਰਦਾ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਜਦੋਂ ਕੋਈ ਸਮੋਕ ਆ ਗਈ, ਉਹ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਘਰ ਦੇ ਵਿੱਚ ਕਿਤੋਂ ਲੀਕ ਹੋ ਗਈ ਤਾਂ ਇਹਨੇ ਵੱਜ ਪੈਣਾ ਆ। ਹੁਣ ਦਿਨੇ ਤਾਂ ਜੇ ਤੁਸੀਂ ਘਰੇ ਹੋਏ ਫਿਰ ਤਾਂ ਥੋੜਾ ਬਹੁਤਾ ਕੋਈ ਉਦਾਂ ਤੁਸੀਂ ਅੱਗ ਨੂੰ ਆਪ ਵੀ ਦੇਖ ਲੋਗੇ, ਧੂਏ ਨੂੰ ਆਪ ਦੇਖ ਲੋਗੇ, ਪਰ ਜੇ ਹੁਣ ਰਾਤ ਨੂੰ 2 ਵਜੇ ਅੱਗ ਲੱਗੀ ਆ ਇਹ ਤੇ ਸਾਰੇ ਸੁੱਤੇ ਪਏ ਆ, ਉਹ ਸਾਰੇ ਸੁੱਤੇ ਪਿਆ ਨੂੰ ਜਦੋਂ ਆ ਕੇ ਧੂਆਂ ਛਾ ਗਿਆ, ਸਾਰਾ ਹੀ ਅੰਦਰ ਗਿਆ, ਤੇ ਉਹ ਤੇ ਸੁੱਤੇ ਹੀ ਰਹਿ ਗਏ ਹੋ ਸਕਦੇ ਆ ਨਾ ਜੀ, ਵੀ ਉਹ ਬਾਹਰ ਨਿਕਲਣ ਜੋਗੀ ਹੋਸ਼ ਹੀ ਨਹੀਂ ਰਹੀ। ਪਰ ਜੇ ਹੁਣ ਸਾਰੇ ਘਰ 'ਚ ਉਹ ਸੈਂਟਰਲਾਈਜ਼ ਫਾਇਰ ਅਲਾਰਮ ਓਪਰੇਟਿੰਗ ਹੁੰਦਾ, ਉਹਨੇ ਵੱਜਣਾ ਸੀ, ਸੁੱਤਿਆਂ ਦੀ ਜਾਗ ਖੁੱਲ ਜਾਣੀ ਸੀ, ਅੱਗ ਧੂਆਂ ਫੈਲਣ ਤੋਂ ਪਹਿਲਾਂ ਉਹਨਾਂ ਨੂੰ ਮਦਦ ਮਿਲ ਜਾਣੀ ਸੀ ਬਾਹਰ ਨਿਕਲਣ ਦੀ। ਬੇਸਮੈਂਟ ਵਾਲੇ ਕਿਉਂ ਬਚੇ? ਕਿਉਂਕਿ ਤੁਹਾਨੂੰ ਪਤਾ ਹੋਣਾ ਵੀ ਬੇਸਮੈਂਟ ਜਿਹੜੇ ਲੋਕ ਬਣਾਉਂਦੇ ਆ ਵੀ ਇਸ ਟੈਕਨੋਲੋਜੀ ਨਾਲ ਉਹ ਰੂਫ ਬਣੀ ਹੋਈ ਹੁੰਦੀ ਆ ਬੇਸਮੈਂਟ ਦੇ ਉੱਤੇ ਜਿਹੜੀ ਹੋਵੇ, ਭਈ ਉਹ ਥੱਲਿਓਂ ਉੱਪਰ ਨੂੰ ਅੱਗ, ਉੱਪਰੋਂ ਥੱਲੇ ਨੂੰ ਅੱਗ ਪਹੁੰਚਣ ਨੂੰ ਬਾਕੀ ਘਰ ਦੇ ਸਾਰੇ ਹਿੱਸੇ ਨਾਲੋਂ ਜ਼ਿਆਦਾ ਸਮਾਂ ਲੱਗਦਾ ਬੇਸਮੈਂਟ ਵਿੱਚ। ਸੋ ਇਸ ਟੈਕਨੋਲੋਜੀ ਦੇ ਨਾਲ ਇਹ ਦਿਮਾਗ ਜਿਹੜੇ ਆ ਨਾ, ਵੀ ਜੇ ਨੰਬਰ 1 ਦੇਸ਼ ਸੀ ਤੇ ਉਹਦੇ ਕੁਝ ਰੀਜ਼ਨ ਸੀਗੇ। ਅਸੀਂ ਜਿਹੜਾ ਆ ਕੇ ਇੱਥੇ ਜੱਫਾ ਮਾਰਦੇ ਆ ਤੇ ਇਹਦੇ 'ਚ ਨਿਰੇ ਨੁਕਸ ਹੀ ਕੱਢਦੇ ਆ ਨਾ, ਅਸਲ 'ਚ ਨੁਕਸਾਂ ਕਰਕੇ ਇਹ ਨੰਬਰ 1 ਨਹੀਂ ਸੀ, ਆਪਣੀਆਂ ਸਿਫਤਾਂ ਕਰਕੇ ਨੰਬਰ 1 ਸੀ। ਸੋ ਇਹ ਘਰ ਕਿਸੇ ਟੈਕਨੋਲੋਜੀ ਦੇ ਤਹਿਤ ਉਹਨਾਂ ਨੇ ਬਣਾ ਕੇ ਮੇਨਟੇਨ ਕੀਤੇ ਆ। ਬੇਸਮੈਂਟ ਦਾ ਕੋਈ ਮਕਸਦ ਸੀਗਾ, ਬੇਸਮੈਂਟ ਹਰ ਮਹੀਨੇ ਕਿਰਾਇਆ ਜੇਬ 'ਚ ਪਾਉਣ ਨੂੰ ਨਹੀਂ ਸੀ ਬਣਾਈ ਉਹਨਾਂ ਨੇ, ਉਹਨਾਂ ਦਾ ਮਤਲਬ ਕੋਈ ਹੋਰ ਸੀ ਬੇਸਮੈਂਟ ਤੋਂ। ਸੋ ਲੇਕਿਨ ਕਿ ਅਸੀਂ ਆਪੋ ਆਪਣੇ ਤਰੀਕਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਯੂਟਿਲਾਈਜ਼ ਕਰਦੇ ਹਾਂ ਤੇ ਫਿਰ ਕਦੀ ਨਾ ਕਦੀ ਇਸ ਤਰ੍ਹਾਂ ਦੇ ਜਿਹੜੇ ਨੁਕਸਾਨ ਆ ਜੀ ਵੀ ਆਪਾਂ ਜੀਵਨ ਦੇ ਵਿੱਚ ਉਠਾਉਣ ਦੇ ਲਈ ਮਜਬੂਰ ਹੋ ਜਾਂਦੇ ਆ। ਉਦੋਂ ਫਿਰ ਆਪਾਂ ਕੱਛ ਦੇ ਵਿੱਚੋਂ ਕੱਢਦੇ ਆ ਮਜਬੂਰੀਆਂ ਦੀ ਮੂੰਗਲੀ। ਮਜਬੂਰੀਆਂ ਦੇ ਭੰਨੇ ਮਾਰੇ ਅਸੀਂ ਉੱਥੋਂ ਸਾਰੀ ਦੁਨੀਆ 'ਚ ਖਿੱਲਰ ਗਏ ਆ, ਹਜੇ ਮਜਬੂਰੀਆਂ ਦੀ ਮੂੰਗਲੀ ਕੱਛ ਵਿੱਚੋਂ ਕੱਢ ਕੇ ਸੁੱਟੀ ਨਹੀਂ ਕਿਤੇ ਜਹਾਜ਼ ਤੋਂ ਪਹਿਲਾਂ, ਵੀ ਅਸੀਂ ਹਰ ਤਬਾਹੀ ਦੇ ਮਗਰ ਆਪਣੀ ਮਜਬੂਰੀਆਂ ਦਾ ਰਾਗ ਅਲਾਪਣਾ ਬੰਦ ਕਰੀਏ। ਜਿੰਨਾ ਚਿਰ ਇਹ ਨਜਾਇਜ਼ ਜੀਆਂ ਮਜਬੂਰੀਆਂ ਦਾ ਰਾਗ ਅਸੀਂ ਅਲਾਪੀ ਤੁਰੇ ਜਾਣਾ, ਅਸੀਂ ਸਵਰਗ ਨੂੰ ਨਰਕ ਬਣਾਈ ਤੁਰੇ ਜਾਣਾ ਇਸ ਧਰਤੀ ਤੇ। ਤੁਸੀਂ ਦੇਖ ਲਿਓ ਵੈਰੀ ਸੈਡ ਜੋ ਹੋਇਆ ਜਿੱਦਾਂ ਰੀਅਲ ਸਟੇਟ ਦੇ ਵਿੱਚ, ਐਂਡ ਈਵਨ ਫॉर ਇੰਸ਼ੋਰੈਂਸ ਪੱਖੀ ਜੇ ਤੁਸੀਂ ਦੇਖੋ ਤਾਂ ਇਹ ਬਹੁਤ ਕ੍ਰੂਸ਼ਲ ਇੱਕ ਆਈਟਮ ਹੈ ਤੁਹਾਡੇ ਚੈੱਕਲਿਸਟ ਦੇ ਵਿੱਚ। ਪੁੱਛਦੇ ਨਹੀਂ, ਹੁਣ ਤਾਂ ਜ਼ਿਆਦਾ ਪੁੱਛਣਗੇ ਬਿਕਾਜ਼ ਇਹ ਹਾਦਸਾ ਹੋਇਆ, ਹੁਣ ਤਾਂ ਸਤਾਈ ਕਾਫੀ ਹੋਵੇਗੀ ਇਸ ਚੀਜ਼ ਨੂੰ ਲੈ ਕੇ। ਸੋ ਪਲੀਜ਼ ਅਗਰ ਤੁਸੀਂ ਹੁਣ ਤਾਂ ਨਵੇਂ ਵਾਲੇ ਵਾਇਰ ਵਾਲੇ ਵੀ ਆ ਚੁੱਕੇ ਨੇ, ਤੁਹਾਡੇ ਫੋਨ ਦੇ ਨਾਲ ਕਨੈਕਟ ਵੀ ਹੋ ਜਾਂਦੇ ਨੇ। ਅਗਰ ਤੁਸੀਂ ਬਾਹਰ ਵੀ ਹੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਤਾਂ ਬਾਰ-ਬਾਰ ਟੈਸਟ ਵੀ ਹੁੰਦੇ ਨੇ, ਆਟੋਮੈਟਿਕ ਅਪਡੇਟਸ ਵੀ ਹੁੰਦੇ ਨੇ ਉਹਨੂੰ ਲੈ ਕੇ। ਸੋ ਪਲੀਜ਼ ਰਿਕੁਐਸਟ ਹੈ ਸਾਰੇ ਹੀ ਜਿੰਨੇ ਵੀ ਸਰੋਤੇ ਆ, ਸਾਰੇ ਸੁਣ ਰਹੇ ਨੇ, ਦੇਖ ਰਹੇ ਨੇ, ਟੂ ਗੈਟ ਯੋਰ ਡਿਵਾਈਸਿਸ ਚੈੱਕਡ
ਅਗਰ ਤੁਹਾਨੂੰ ਲੱਗਦਾ ਕਿ ਹਾਲੇ ਤੱਕ ਟੂ ਨਹੀਂ ਵੱਜੀ ਜਾਂ ਬੈਟਰੀਜ਼ ਐਕਸਪਾਇਰ ਹੋ ਗਈਆਂ ਨੇ, ਨਵਾਂ ਥੋੜੇ ਜਿਹੇ ਪੈਸੇ ਲੱਗਦੇ ਨੇ ਜੀ, ਪਰ ਤੁਹਾਡੀ ਸੇਫਟੀ ਬਹੁਤ ਮਾਇਨੇ ਰੱਖਦੀ ਹੈ ਇਸ ਚੀਜ਼ ਨੂੰ ਲੈ ਕੇ। ਐਂਡ ਇੰਸ਼ੋਰੈਂਸ ਪੱਖਿਓ ਕਾਫੀ ਇੰਪੋਰਟੈਂਟ ਹੈ। ਈਵਨ ਇਫ ਯੂ ਲਿਵਿੰਗ ਇਨ ਦ ਬੇਸਮੈਂਟ ਐਂਡ ਈਵਨ ਇਫ ਯੂ ਹੈਵ ਅ ਲੀਗਲ ਬੇਸਮੈਂਟ ਸਟਿਲ ਤੁਹਾਨੂੰ ਇਹ ਰੱਖਣਾ ਬਹੁਤ ਜ਼ਰੂਰੀ ਹੈ। ਜੌਲ ਸਾਹਿਬ, ਗੈਸ ਪ੍ਰਾਈਸਿਸ ਤਕਰੀਬਨ 9 ਸੈਂਟ ਡਿਗ ਰਹੀਆਂ ਨੇ ਜੀ। ਅਰਸ਼, ਜਿਹੜੀ ਇਹ ਪਿਛਲੇ ਮਹੀਨੇ ਜੰਗ ਲੱਗ ਗਈ ਸੀਗੀ ਯੂਰਪ ਦੇ ਵਿੱਚ, ਜਾਣੀ ਉਹਦੇ ਕਰਕੇ ਇੱਕਦਮ ਫਿਰ ਇਹ ਗੈਸ ਪ੍ਰਾਈਸਿਸ ਦੇ ਜਿਹੜੇ ਛੜੱਪੇ ਆ ਇਹ ਵੱਜਦੇ ਰਹੇ, ਕਦੀ ਉੱਪਰ ਨੂੰ ਕਦੇ ਥੱਲੇ ਨੂੰ। ਭਾਰਤ ਦੇ ਵਿੱਚ ਵੀ ਅੱਜ ਜਾਣੀ ਕਿ 9ਵੇਂ ਦਿਨ ਵੀ ਪਿਛਲੇ 8 ਦਿਨਾਂ ਦੇ ਦੌਰਾਨ ਰੋਜ਼ ਗੈਸ ਦੀ ਪ੍ਰਾਈਸ ਵੱਧਦੀ ਰਹੀ ਹੈ, ਡੀਜ਼ਲ ਦੀ ਵੀ, ਪੈਟਰੋਲ ਦੀ ਵੀ। ਤੇ ਅੱਜ ਪਹਿਲਾ ਦਿਨ ਸੀਗਾ ਕਿ ਪੰਜਾਬ ਦੇ ਵਿੱਚ ਜਾਣੀ 100 ਰੁਪਏ ਤੋਂ ਕ੍ਰੋਸ ਕਰ ਗਈ 1 ਲੀਟਰ ਜਿਹੜੀ ਆ ਪੈਟਰੋਲ ਦੀ ਪ੍ਰਾਈਸ ਹੈ ਜੀ, 100 ਰੁਪਏ ਤੋਂ। ਸੋ ਉਸ ਲਿਹਾਜ਼ ਨਾਲ ਕੁੱਲ ਮਿਲਾ ਕੇ ਇਹ ਆ ਜੀ ਵੀ ਚਲੋ ਇਹ ਹੁਣ ਭਾਵੇਂ ਜੰਗ ਦਾ ਬਹਾਨਾ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਇਹ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਦਾ ਬਹਾਨਾ, ਪਰ ਜਿੰਨਾ ਚਿਰ ਉੱਥੇ 5 ਰਾਜਾਂ 'ਚ ਇਲੈਕਸ਼ਨ ਚੱਲਦੀ ਰਹੀ, ਕਿਉਂਕਿ ਜੰਗ ਤੇ ਉਦੋਂ ਲੱਗੀ ਹੋਈ ਸੀ, ਹੈ ਨਾ ਜੀ, ਤੇ ਉਹਨਾਂ ਚਿਰ ਨਹੀਂ ਵਧੀਆਂ, ਜਿੰਨਾ ਚਿਰ ਰਿਜ਼ਲਟ ਵਗੈਰਾ ਨਹੀਂ ਆ ਗਏ, ਯੂਪੀ 'ਚ ਵੋਟਾਂ ਵਗੈਰਾ ਨਹੀਂ ਪੈ ਚੁੱਕੀਆਂ, ਉਹਨਾਂ ਚਿਰ ਨਹੀਂ। ਹੁਣ ਰੋਜ਼ ਹੀ ਵੱਧਦੀ ਆ ਪ੍ਰਾਈਸ, ਐਵਰੀ ਡੇ ਆਲਮੋਸਟ। ਸੋ ਪਿਛਲੇ 9 ਦਿਨਾਂ 'ਚ 8 ਵਾਰੀ ਵਧਾ ਚੁੱਕੇ ਨੇ, ਗੈਸ ਦੇ ਸਿਲੰਡਰ ਦੀ ਵੀ ਪ੍ਰਾਈਸ ਵੱਧ ਚੁੱਕੀ ਆ। ਸੋ ਲੇਕਿਨ ਕਿ ਸਾਡੇ ਇੱਥੇ GTA ਦੇ ਵਿੱਚ ਵੀ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਅਪ ਐਂਡ ਡਾਊਨ ਤੇ ਚੱਲ ਹੀ ਰਿਹਾ, ਪਰ ਆ ਜਿਹੜਾ ਹੁਣ 1 ਅਪ੍ਰੈਲ ਤੋਂ 2.25 ਸੈਂਟ ਪਰ ਲੀਟਰ ਲੱਗਣਾ ਆ ਕਾਰਬਨ ਟੈਕਸ, ਉਹ ਤੇ ਪੱਕਾ ਹੀ ਆ ਨਾ ਵਾਧਾ, ਉਹਨੇ ਨਹੀਂ ਮੁੜ ਕੇ ਘਟਣਾ, ਹੈ ਨਾ। ਵੀ ਹੁਣ ਇਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਫਲਕਚੁਏਟ ਹੋ ਰਹੀ ਆ ਕੱਚੇ ਤੇਲ ਦੀ ਕੀਮਤ ਅੱਜ ਵੀ ਕਾਫੀ ਡਾਊਨ ਹੈ, $5-6 ਦੇ ਆਸ-ਪਾਸ ਅੱਜ ਪਰ ਡਰਮ ਆ ਜਿਹੜਾ ਜੀ ਵੀ ਪ੍ਰਾਈਸ ਘਟ ਰਹੀ ਆ, ਕਿਉਂਕਿ ਜੰਗ ਦੇ ਸਿਲਸਿਲੇ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਤੁਰਕੀ ਦੇ ਵਿੱਚ ਚੱਲ ਰਹੀ ਆ, ਤੇ ਉਹ ਥੋੜ੍ਹਾ ਜਿਹਾ ਕਿਸੇ ਸਫਲ ਮਰਹਲੇ ਵੱਲ ਨੂੰ ਚੱਲਦੀ ਗੱਲਬਾਤ ਲੱਗਦੀ ਆ। ਸੋ ਕੁੱਲ ਮਿਲਾ ਕੇ ਇਹ ਹੈ ਜੀ ਜੇ ਸੀਜ਼ ਫਾਇਰ ਹੁੰਦਾ ਤੇ ਤੇਲ ਜਿਹੜਾ ਹੋਰ ਵੀ ਸਸਤਾ ਹੋਏਗਾ ਤੇ ਗੈਸ ਦੀ ਪ੍ਰਾਈਸ ਤੇ ਇੱਥੇ ਰਿਫਲੈਕਟ ਕਰ ਸਕਦਾ ਉਹ। ਸੋ ਅੱਜ ਰਾਤ ਨੂੰ ਕਿਹਾ ਜਾ ਰਿਹਾ ਵੀ 9 ਸੈਂਟ ਪਰ ਲੀਟਰ ਜਿਹੜੀ ਗੈਸ GTA ਦੇ ਵਿੱਚ ਸਸਤੀ ਹੋ ਜਾਣੀ ਹੈ। ਸੋ ਜਿਨ੍ਹਾਂ ਨੂੰ ਅੱਜ ਨਹੀਂ ਭਰਾਉਣ ਦੀ ਲੋੜ ਉਹ ਕੱਲ੍ਹ ਭਰਵਾ ਲੈਣਗੇ ਲੋਕ। ਸੋ ਕੁੱਲ ਮਿਲਾ ਕੇ ਇਹ ਅੱਜ ਵੀ $1.5 ਦੇ ਆਸ-ਪਾਸ ਤਾਂ ਗੈਸ ਦੀ ਪ੍ਰਾਈਸ ਰਹਿਣੀ ਆ, ਇਹ ਤੁਸੀਂ ਦੇਖ ਲਿਓ। ਇਹਦੇ ਵਿੱਚ 10-11 ਸੈਂਟ ਪਰ ਲੀਟਰ ਦਾ ਕੰਟਰੀਬਿਊਸ਼ਨ ਜਿਹੜਾ ਉਹ ਕਾਰਬਨ ਟੈਕਸ ਦਾ ਹੋਏਗਾ। ਸੋ ਇਹ ਕਾਰਬਨ ਟੈਕਸ ਜਿਹੜਾ 1 ਅਪ੍ਰੈਲ ਨੂੰ ਵਧਣਾ ਆ, ਪਰ ਹਾਲ ਦੀ ਘੜੀ ਜਿਹੜੀ ਟੈਂਪੋਰੇਰਲੀ ਇਹ ਰਿਲੀਫ ਆ ਜਾਣੀ 9 ਸੈਂਟ ਪਰ ਲੀਟਰ ਨੂੰ ਮਿਲ ਜਾਏਗੀ।